ਕਾਹੇ ਕਉ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਤੁਸੀਂ ਕਿਉਂ ਕਰਦੇ ਹੋ ਧਿਆਨ, ਜਪ ਤਪ, ਸਾਧਨਾ? ਤੁਸੀਂ ਕਿਉਂ ਜਾਂਦੇ ਹੋ ਗੁਰੂ ਕੋਲ? ਸਤਸੰਗ ਕਿਉਂ ਸੁਣ ਰਹੇ ਹੋ ਤੁਸੀਂ? ਕਿਉਂਕਿ ਸ਼ੁੱਧ ਹੋਏ ਤੋਂ ਬਿਨਾ ਤੁਸੀਂ ਸਤਸੰਗ ਸੁਣੋ ਵੀ ਤਾਂ ਵੀ ਸਮਝ ਥੋੜ੍ਹੀ ਸਕਦੇ ਹੋ। ਤੁਸੀਂ ਸਮਝ ਥੋੜ੍ਹੀ ਰਹੇ ਹੋ। ਕਿਉਂਕਿ ਜਿੰਨਾ ਚਿਰ ਤੁਸੀਂ ਸ਼ੁੱਧ ਹੀ ਨਹੀਂ ਕਰਦੇ ਹੋ ਆਪਣਾ ਮਨ, ਤੇ ਉਹਨਾਂ ਚਿਰ ਤੁਸੀਂ ਸਤਸੰਗ ਨਹੀਂ ਸੁਣ ਸਕਦੇ ਹੋ। ਸਤਸੰਗ ਹੀ ਨਾਮ ਹੈ, ਖਿਆਲ ਵਿੱਚ ਰੱਖੋ। ਜਿਵੇਂ ਇੱਕ ਭਗਤ ਰੋਜ਼ ਹੀ ਕਿਹਾ ਕਰਦਾ ਸੀ ਆਪਣੇ ਗੁਰੂ ਨੂੰ ਵੀ ਤੁਸੀਂ ਮੈਨੂੰ ਨਾਮ ਦੇ ਦਿਓ। ਉਹ ਕਹਿੰਦੇ ਸਨ ਵੀ ਜਦੋਂ ਤੇਰਾ ਮਨ ਸ਼ੁੱਧ ਹੋ ਗਿਆ ਉਦੋਂ ਅਸੀਂ ਦੇਵਾਂਗੇ ਨਾਮ ਤੈਨੂੰ। ਉਪਦੇਸ਼ ਕਹਿ ਲਈ, ਮੰਤਰ ਕਹਿ ਲਈ। ਉਹ ਰੋਜ਼ ਹੀ ਇਹੋ ਗੱਲ ਕਹਿ ਦਿੰਦਾ, ਸਿੱਧਾ ਸਾਦਾ ਕਿਸਾਨ ਜ਼ਮੀਂਦਾਰ, ਵੀ ਤੁਸੀਂ ਦਿੰਦੇ ਹੀ ਕਿਉਂ ਨਹੀਂ ਹੋ? ਉਸ ਫਕੀਰ ਨੇ ਦੇਖਿਆ ਵੀ ਇਹਨੇ ਗੱਲਾਂ ਬਾਤਾਂ ਦੇ ਨਾਲ ਨਹੀਂ ਸਮਝਣਾ ਹੈ, ਇਹਨੂੰ ਸਮਝਾਉਣਾ ਪੈਣਾ ਥੋੜ੍ਹਾ ਜਿਹਾ। ਉਹ ਇੱਕ ਦਿਨ ਸੱਜ ਰਹੇ ਸੀ ਉਹਦੇ ਘਰੇ, ਭਿਕਸ਼ਾ ਲੈਣ ਵਾਸਤੇ ਚਲੇ ਗਏ, ਤੇ ਹੱਥ ਦੇ ਵਿੱਚ ਜਿਹੜਾ ਕਮੰਡਲ ਫੜਿਆ ਸੀ ਨਾ, ਉਹ ਗੰਦਾ ਸੀ। ਜਦੋਂ ਉਹ ਭਿਕਸ਼ਾ ਪਾਉਣ ਲੱਗਾ, ਕਮੰਡਲ ਦੇਖਿਆ ਉੱਪਰੋਂ ਵੀ ਲਿਬੜਿਆ ਹੋਇਆ, ਵਿੱਚ ਵੀ ਗੰਦਗੀ ਹੈ। ਉਹਨੇ ਗੌਰ ਨਾਲ ਦੇਖਿਆ ਮਹਾਤਮਾ ਵੱਲ ਵੀ ਤੁਸੀਂ ਭਿਕਸ਼ਾ ਲੈ ਰਹੇ ਹੋ, ਪਹਿਲਾਂ ਕਮੰਡਲ ਤੇ ਸਾਫ਼ ਕਰ ਲਓ, ਹਾਲਿਆ ਮੈਨੂੰ ਫੜਾਓ ਮੈਂ ਸਾਫ਼ ਕਰਦਾ। ਉਹ ਫਕੀਰ ਕਹਿੰਦਾ ਤੂੰ ਪਾ ਦੇ ਹੈ ਭਿਕਸ਼ਾ, ਇੱਦਾਂ ਸਾਫ਼ ਕਰੀਏ ਨਾ ਕਰੀ। ਉਹ ਕਹਿੰਦਾ ਭਿਕਸ਼ਾ ਮੈਂ ਪਾਊਂਗਾ, ਗੰਦਗੀ ਦੇ ਵਿੱਚ ਪੈ ਜਾਣੀ, ਤੁਹਾਡੇ ਕਿਸੇ ਕੰਮ ਨਹੀਂ ਆਉਣੀ। ਤੇ ਮੈਂ ਥੋੜ੍ਹਾ ਬਹੁਤਾ ਦਾਨ ਕਰਦਾ ਹਾਂ, ਉਹ ਵੀ ਵਿਅਰਥ ਚਲੇ ਜਾਵੇਗਾ। ਤਾਂ ਤੁਸੀਂ ਕਮ ਸੇ ਕਮ ਕਮੰਡਲ ਸਾਫ਼ ਕਰ ਲਓ ਨਾ, ਫਿਰ ਮੈਂ ਭਿਕਸ਼ਾ ਪਾਊਂਗਾ। ਗੱਲ ਇਉਂ ਹੋਈ ਕਿ ਵੀ ਨਾ ਤੇ ਉਹਨਾਂ ਨੇ ਕਮੰਡਲ ਸਾਫ਼ ਕਰਨ ਦਿੱਤਾ, ਨਾ ਹੀ ਕਮੰਡਲ ਸਾਫ਼ ਕੀਤਾ, ਨਾ ਹੀ ਉਹ ਭਗਤ ਨੇ ਭਿਕਸ਼ਾ ਪਾਈ। ਅਗਲੇ ਦਿਨ ਫੇਰ ਉਹ ਗਿਆ ਭਗਤ ਵੀ ਇੱਥੇ ਤੇ ਭਿਕਸ਼ਾ ਲਈ ਨਹੀਂ, ਚਲੋ ਮਹਾਤਮਾ ਨੇ, ਗੰਦਾ ਪਾਤਰ ਸੀ, ਮੈਂ ਉੱਥੇ ਦੇ ਕੇ ਆਉਣਾ। ਦੇਣ ਗਿਆ ਭਿਕਸ਼ਾ, ਤਾਂ ਉਸ ਮਹਾਂਪੁਰਸ਼ ਨੇ ਕਿਹਾ ਵੀ ਤੂੰ ਕੱਲ੍ਹ ਕਿਉਂ ਨਹੀਂ ਭਿਕਸ਼ਾ ਪਾਈ? ਕਹਿੰਦਾ ਜੀ ਤੁਹਾਡਾ ਕਮੰਡਲ ਗੰਦਾ ਸੀ, ਅਗਰ ਮੈਂ ਭਿਕਸ਼ਾ ਪਾ ਦਿੰਦਾ, ਉਹਦੇ ਵਿੱਚ ਜੋ ਵੀ ਪਾਉਂਦਾ ਰਸਤ, ਉਹ ਖਾਣ ਯੋਗ ਨਹੀਂ ਸੀ ਰਹਿਣੀ, ਵਿਅਰਥ ਜਾਣੀ ਸੀ। ਤੇ ਮੈਂ ਥੋੜ੍ਹਾ ਬਹੁਤਾ ਦਾਨ ਕਰਦਾ ਹਾਂ, ਤਾਂ ਉਹ ਵੀ ਵਿਅਰਥ ਚਲੇ ਜਾਵੇ, ਇਹ ਠੀਕ ਨਹੀਂ ਹੈ ਨਾ। ਤੇ ਉਹ ਪਰਮ ਗਿਆਨੀ ਮਹਾਂਪੁਰਖ ਕਹਿੰਦੇ ਵੀ ਤੂੰ ਥੋੜ੍ਹੇ ਜਿਹੇ ਦਾਨ ਜੋ ਕਰ ਰਿਹਾ ਹੈ ਉਹ ਵਿਅਰਥ ਨਾ ਚਲੇ ਜਾਵੇ।
ਇਸ ਕਰਕੇ ਤੂੰ ਭਿਕਸ਼ਾ ਨਹੀਂ ਪਾਈ। ਥੋੜਾ ਜਿਹਾ ਉਸ ਸਮੇਂ ਆਨੇ ਦੋ ਆਨੇ, ਪਰ ਅਸੀਂ ਜੋ ਅਨਮੋਲਕ ਨਾਮ ਹੈ ਤੇਰੇ ਗੰਦੇ ਪਾਤਰ ਦੇ ਵਿੱਚ ਕਿਵੇਂ ਪਾ ਦਈਏ, ਜਿਹਦੇ ਵਿੱਚ ਵਿਸ਼ਟਾ ਭਰੀ ਪਈ ਹੈ, ਗੰਦਗੀ ਭਰੀ ਪਈ ਹੈ, ਕੂੜ ਭਰਿਆ ਪਿਆ ਹੈ, ਝੂਠ ਭਰਿਆ ਪਿਆ ਹੈ। ਜਿੰਨਾ ਚਿਰ ਤੂੰ ਉਹਨੂੰ ਸਾਫ਼ ਨਹੀਂ ਕਰਦਾ ਹੈ ਉਹਨਾਂ ਚਿਰ ਨਾਮ ਤੇਰੇ ਅੰਦਰ ਨਹੀਂ ਟਿਕ ਸਕਦਾ। ਨਾਮ ਟਿਕ ਹੀ ਨਹੀਂ ਸਕਦਾ। ਤੇ ਲਿਵੈ ਧਾਤ ਜੋੜ ਨਾ ਆਵੇ, ਜੇ ਲੁਚੇ ਸਭ ਕੋਈ। ਉਹ ਕੂੜ ਦੇ ਵਿੱਚ ਸੱਤ ਕਿਵੇਂ ਪੈ ਸਕਦਾ ਹੈ? ਕੂੜ ਨਾਲ ਤੇ ਪਹਿਲਾਂ ਹੀ ਭਰਿਆ ਪਿਆ ਹੈ। ਤੇ ਪਹਿਲਾਂ ਪਹਿਲੀ ਚੀਜ਼ ਬਾਹਰ ਨਿਕਲੇ ਤੇ ਫੇਰ ਹੀ ਦੂਸਰੀ ਪਵੇ ਨਾ। ਭਾਂਡਾ ਧੋਏ ਬੈਠ ਧੂਪ ਦੇਵੋ ਤਾਂ ਦੂਧੇ ਕੋ ਜਾਵੋ। ਕਹਿੰਦੇ ਸਾਫ਼ ਕਰਕੇ ਐ ਫਿਰ ਤੁਸੀਂ ਦੁੱਧ ਲੈਣ ਜਾਂਦੇ ਹੋ, ਗੰਦੇ ਭਾਂਡੇ ਥੋੜੀ ਜਾਂਦੇ। ਤੇ ਪਹਿਲੀ ਚੀਜ਼ ਜੋ ਵਿੱਚ ਪਈ ਹੈ ਪਾਤਰ ਦੀ ਉਹ ਬਾਹਰ ਨਿਕਲੇ, ਫਿਰ ਦੂਸਰੀ ਉਸ ਪਾਤਰ ਦੇ ਵਿੱਚ ਪੈਂਦੀ ਹੈ। ਫਿਰ ਪਾਤਰ ਸਾਫ਼ ਹੋਵੇ, ਸਵੱਛ ਹੋਵੇ, ਫਿਰ ਹੀ ਟਿਕੂਗੀ ਨਾ। ਟਿਕੂਗੀ ਕਿਵੇਂ? ਉਹ ਪਊਗੀ ਕਿਵੇਂ? ਉਹ ਫਿਰ ਖਰਾਬ ਹੋ ਜੂ। ਤੇ ਵਸਤੂ ਭਾਂਡੇ ਦੇ ਵਿੱਚ ਪਹਿਲੀ ਜਿਹੜੀ ਹੈ ਉਹ ਬਿਲਕੁਲ ਭਰੀ ਹੋਈ ਹੈ। ਜਿਵੇਂ ਕੋਈ ਗੋਦਾਮ, ਕੋਈ ਕਮਰਾ ਕਚਰੇ ਦੇ ਨਾਲ ਭਰਿਆ ਪਿਆ ਹੋਵੇ। ਜਿਵੇਂ ਇੱਕ ਪ੍ਰੇਮੀ ਨੇ ਪਿੱਛੇ ਜੇ ਕਚਰੇ ਦੀ ਤਸਵੀਰ ਭੇਜੀ ਸੀ। ਉਹਨੇ ਇੱਕ ਪ੍ਰਤੀਕ ਪਾਇਆ ਹੋਇਆ ਸੀ ਵੀ ਮੇਰੇ ਅੰਦਰ ਆ ਸਾਰਾ ਕੁਆੜ ਪਿਆ ਹੋਇਆ ਹੈ, ਮੇਰੇ ਘਰ ਅੰਦਰ, ਮੇਰੇ ਅੰਦਰ ਆਹ ਕਚਰਾ ਹੈ। ਠੀਕ ਹੀ ਕਿਹਾ ਸੀ ਉਹਨੇ, ਸੰਦੇਸ਼ ਦਿੱਤਾ ਸੀ। ਕੋਈ ਸਮਝਿਆ ਪਤਾ ਨਹੀਂ ਸਮਝਿਆ ਹੈ, ਪਰ ਠੀਕ ਸੀ। ਉਹਨੇ ਦੱਸਿਆ ਵੀ ਆਹ ਕਚਰਾ ਹੈ ਮੇਰੇ ਅੰਦਰ। ਹਾਲੇ ਕਚਰਾ ਹੁਣ ਸਾਰਾ ਬਾਹਰ ਸੁੱਟੋਗੇ, ਜਗ੍ਹਾ ਸਾਫ਼ ਕਰੋਗੇ, ਘਰ ਨੂੰ ਸਾਫ਼ ਕਰੋਗੇ ਤਾਂ ਹੀ ਸਤਿਪੁਰਖ ਆਣ ਕੇ ਬਹਿਣਗੇ ਨਾ ਤੁਹਾਡੇ ਘਰ। ਤੇ ਕਚਰਾ ਕੀ ਹੈ? ਕੁਆੜ ਕੀ ਹੈ? ਹੁਣ ਤੁਸੀਂ ਸਮਝੋ, ਖਿਆਲ ਕਰੋ ਥੋੜਾ ਜਿਹਾ। ਜਿਵੇਂ ਪਿੱਛੇ ਜੇ ਗੁਰਮੁਖ ਪਿਆਰੇ ਨੇ ਕਿਹਾ ਸੀ ਨਾ, ਇਹ ਸ਼ਬਦ ਪਾਉਣ ਤੋਂ ਬਾਅਦ ਵੀ ਤੁਸੀਂ ਭਾਵੇਂ ਕਿੰਨੀਆਂ ਵੀ ਚਪੇੜਾਂ ਮਾਰੋ ਪਰ ਸਾਨੂੰ ਸਮਝਾਓ। ਚਪੇੜਾਂ ਤੇ ਬਹੁਤ ਵੱਜਦੀਆਂ ਹਨ ਤੇ ਪਿਛਲੇ ਜੋ ਪਰਮ ਪੁਰਖ ਹਨ ਉਹਨਾਂ ਨੇ ਵੀ ਬਹੁਤ ਮਾਰੀਆਂ ਹਨ ਚਪੇੜਾਂ। ਕਾਹੇ ਕੋ ਕੀਜੇ ਤਾਂ ਧਿਆਨ ਜਪਨ, ਇਹ ਨਾਮਦੇਵ ਜੀ ਵੀ ਚਪੇੜ ਮਾਰ ਰਹੇ ਹਨ ਧਾਰਮਿਕ ਲੋਕਾਂ ਦੇ ਮੂੰਹ ਤੇ। ਸਮਝਦੇ ਨਹੀਂ ਨਾ ਹਨ। ਕਈ ਚਪੇੜਾਂ ਖਾਣ ਦੇ ਆਦੀ ਹੋ ਜਾਂਦੇ ਹਨ। ਕਈ ਦੇਖਿਆ ਤੁਸੀਂ ਬੱਚੇ ਰੋਜ਼ ਹੀ ਮਾਵਾਂ ਕੁੱਟਦੀਆਂ ਹਨ, ਉਹਨਾਂ ਨੂੰ ਰੋਜ਼ ਹੀ ਸਮਝਾਉਂਦੀਆਂ ਹਨ। ਬੜੇ ਅੜੀਅਲ ਹੁੰਦੇ ਹਨ, ਮੰਨਦੇ ਹੀ ਨਹੀਂ। ਉਹ ਕੁੱਟ ਖਾਣ ਦੇ ਵੀ ਆਦੀ ਹੋ ਜਾਂਦੇ ਹਨ। ਕਈ ਨਿਆਣੇ ਕੁੱਟ ਖਾਣ ਦੀ ਵੀ ਆਦਤ ਬਣ ਸਕਦੀ ਹੈ ਨਾ। ਹੋ ਸਕਦਾ ਬੱਚੇ ਨੂੰ ਕੁੱਟ ਖਾ ਕੇ ਹੀ ਮਜ਼ਾ ਆ ਰਿਹਾ ਹੋ, ਤੇ ਫਿਰ ਕਿਵੇਂ ਸਮਝਾਓਗੇ? ਜੇ ਕੁੱਟ ਖਾਣ ਦੇ ਵਿੱਚ ਹੀ ਮਜ਼ਾ ਆਉਣ ਲੱਗ ਜਾਵੇ ਫਿਰ ਕਿਵੇਂ ਸਮਝਾਓਗੇ ਤੁਸੀਂ? ਫਿਰ ਤੇ ਸਮਝਾ ਹੀ ਨਹੀਂ ਨਾ ਸਕਦੇ। ਤੇ ਜਿਹਨੂੰ ਥੋੜੀ ਜਿਹੀ ਸ਼ਰਮ ਹੋਵੇ, ਹਿਆ ਹੋਵੇ, ਲੱਜਾ ਹੋਵੇ ਤੇ ਕੁੱਟ ਪੈਂਦੀ ਹੈ ਨਾ, ਤੇ ਉਹ ਇੱਕਦਮ ਸੁਚੇਤ ਹੁੰਦਾ ਹੈ, ਵੱਜਦੀ ਹੈ ਤੇ ਉਹਨੂੰ ਮਹਿਸੂਸ ਹੁੰਦਾ ਹੈ। ਮੂੜ ਨੂੰ ਭਾਵੇਂ ਵੱਜਦੀਆਂ ਹੀ ਰਹਿਣ ਬੇਸਮਝ ਨੂੰ,
ਤਦੇ ਕਿਹਾ ਨਾ ਮਹਾ ਮੂੜ ਕਛ ਭੇਦ ਨਾ ਜਾਣਤ। ਮੂੜਾਂ ਨੂੰ ਰੋਜ਼ ਵਾਜੀ ਰਹੀਆਂ ਹਨ। ਉਪਦੇਸ਼ ਮਾਰ ਹੀ ਰਿਹਾ ਹੈ ਬਾਬੇ ਨਾਨਕ ਦਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ। ਕੂੜ ਕੁੜਿਆਰੀ ਜਾਏ ਰੜੇ, ਸਤਿਗੁਰੂ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਕਿੰਨੀਆਂ ਚਪੇੜਾਂ ਮਾਰ ਰਹੇ ਹਨ। ਪਰ ਜਿਹੜਾ ਮਹਾ ਮੂੜ ਹੋਵੇ ਨਾ, ਉਹਦੇ ਚਪੇੜਾਂ ਵੀ ਮਾਰਦੇ ਰਹੋ ਤਾਂ ਵੀ ਉਹਨੂੰ ਅਕਲ ਨਹੀਂ ਆਉਂਦੀ ਹੈ। ਇਵੇਂ ਹੀ ਆ ਦੂਸਰੇ ਗਰੁੱਪ ਦੇ ਵਿੱਚ ਗੁੰਜਨ ਕੰਦਰਾ ਨੇ ਵੈਰੀ ਹੈਪੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ। ਇਹ ਹੁਣ ਮੈਨੂੰ ਸਮਝ ਥੋੜ੍ਹੀ ਰਹੇ ਹਨ। ਜਿਹੜੇ ਅਜੇ ਪੁਰਾਣੇ ਅਵਤਾਰੀ ਪੁਰਸ਼ ਹੋਏ ਹਨ, ਗੁਰੂ ਹੋਏ ਹਨ, ਪੀਰ ਪੈਗੰਬਰ ਹੋਏ ਹਨ, ਉਹਨਾਂ ਦੇ ਜਨਮ ਦਿਨ ਮਨਾ ਰਹੇ ਹਨ, ਬਰਸੀਆਂ ਮਨਾ ਰਹੇ ਹਨ, ਗੁਰਪੁਰਬ ਮਨਾ ਰਹੇ ਹਨ। ਉਹਨਾਂ ਦੀ ਦ੍ਰਿਸ਼ਟੀ ਤੇ ਪਿੱਛੇ ਲੱਗੀ ਹੋਈ ਹੈ ਨਾ। ਇਹ ਤੇ ਜੋ ਪਿੱਛੇ ਹੀ 11 ਸਾਲ ਪਹਿਲਾਂ ਕ੍ਰਿਸ਼ਨ ਹੋ ਚੁੱਕੇ ਹਨ, ਪਤਾ ਨਹੀਂ ਹੋਏ ਵੀ ਹਨ ਕਿ ਨਹੀਂ ਹੋਏ ਹਨ। ਇਤਿਹਾਸ ਹੀ ਪੜ੍ਹ ਕੇ ਸੁਣ ਕੇ ਹੀ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਹੋਏ ਸਨ। ਤਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਨ। ਤਾਂ ਜੋ ਸਾਹਮਣੇ ਤੁਹਾਡੇ ਕ੍ਰਿਸ਼ਨ ਬੋਲ ਰਿਹਾ ਹੈ, ਉਹ ਤੁਹਾਨੂੰ ਕਿਵੇਂ ਦਿਖਾਈ ਦੇਵੇਗਾ? ਤੁਹਾਡੀਆਂ ਅੱਖਾਂ ਤੇ ਅੰਨੀਆਂ ਹਨ। ਇਹ ਨੇਤਰ ਅੰਧ ਸੇ ਸਤਿਗੁਰੂ ਮਿਲੀਏ ਦਿਵ ਦ੍ਰਿਸ਼ਟ ਹੋਈ। ਪਰ ਸਤਿਗੁਰੂ ਨੂੰ ਤੁਸੀਂ ਮਿਲਣਾ ਨਹੀਂ ਚਾਹੁੰਦੇ ਹੋ, ਕਿਉਂਕਿ ਤੁਹਾਡਾ ਮੋਹ ਪਿਛਲਿਆਂ ਨਾਲ ਲੱਗਾ ਹੋਇਆ ਹੈ। ਸਤਿਗੁਰੂ ਸ਼ਾਸਵਤ ਦੇ ਵਿੱਚ ਹੁੰਦੇ ਹਨ, ਪਰ ਤੁਸੀਂ ਜਾ ਰਹੇ ਹੋ ਬੀਤੇ ਹੋਏ ਸਮੇਂ ਦੇ ਵਿੱਚ, ਜੋ ਹੋ ਚੁੱਕਾ ਹੈ। ਦੇਖੋ ਕਮਾਲ ਦੀ ਗੱਲ, ਇੱਕ ਤੇ ਆਹ ਸੁਪਨਾ ਹੈ ਜੋ ਤੁਸੀਂ ਦੇਖ ਰਹੇ ਹੋ, ਇਹੋ ਵਾਸਤਵਿਕ ਨਹੀਂ ਹੈ। ਇਹੋ ਹੀ ਤਾਂ ਭਰਮ ਹੈ। ਇਹੋ ਹੀ ਰਵਿਦਾਸ ਜੀ ਕਹਿ ਰਹੇ ਹਨ ਵੀ ਜੋ ਤੁਸੀਂ ਦੇਖ ਰਹੇ ਹੋ ਸੰਸਾਰ ਇਹ ਹੈ ਥੋੜ੍ਹੀ। ਐਸੇ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਇੱਦਾਂ ਹੀ ਭਰਮ ਦੇ ਵਿੱਚ ਪਏ ਹੋਏ ਹਨ ਨਾ ਲੋਕ, ਜੋ ਦੇਖ ਰਹੇ ਹਨ ਉਹ ਹੈ ਨਹੀਂ ਨਾ। ਇਹੋ ਹੀ ਸੁਪਨਾ ਹੈ। ਫਿਰ ਇਸ ਸੁਪਨੇ ਦੇ ਵਿੱਚ ਜੋ ਪਿੱਛੇ ਹੋ ਚੁੱਕਾ ਹੈ ਸੁਪਨਾ, ਜੋ ਲੰਘ ਚੁੱਕਾ ਹੈ ਸਮਾਂ, ਜੋ ਬੀਤ ਚੁੱਕਾ ਹੈ ਸਮਾਂ, ਮਰ ਚੁੱਕਾ ਹੈ ਸਮਾਂ, ਉਹ ਆ ਨਹੀਂ ਸਕਦਾ ਦੁਬਾਰਾ। ਤੁਸੀਂ ਸਿਰਫ ਉਹਦੀ ਸਿਮਰਤੀ ਬਣਾ ਰਹੇ ਹੋ, ਕਲਪਨਾ ਘੜ ਰਹੇ ਹੋ, ਤਾਂ ਉਸ ਕਲਪਨਾ ਦੇ ਨਾਲ ਜੁੜ ਰਹੇ ਹੋ। ਹੈ ਥੋੜ੍ਹੀ, ਆਵੇਗਾ ਥੋੜ੍ਹੀ। ਜੋ ਲੰਘ ਗਿਆ ਸੋ ਲੰਘ ਗਿਆ। ਕ੍ਰਿਸ਼ਨ ਹੁਣ ਦੁਬਾਰਾ ਥੋੜ੍ਹੀ ਆਉਣਗੇ ਉਸ ਰੂਪ ਦੇ ਵਿੱਚ, ਪਰ ਕ੍ਰਿਸ਼ਨ ਮੌਜੂਦ ਹੁੰਦੇ ਹਨ ਸਦਾ ਹੀ ਨਵੇਂ ਰੂਪ ਦੇ ਵਿੱਚ। ਪਰ ਨਵੇਂ ਰੂਪ ਨੂੰ ਤੁਸੀਂ ਦੇਖਦੇ ਨਹੀਂ ਹੋ, ਤੁਸੀਂ ਦੇਖ ਰਹੇ ਹੋ ਪਿੱਛੇ। ਪਿੱਛੇ ਹੋਏ ਸਨ ਰਾਮ, ਪਿੱਛੇ ਹੋਏ ਸਨ ਕ੍ਰਿਸ਼ਨ, ਪਿੱਛੇ ਹੋਏ ਸਨ ਬਾਬਾ ਨਾਨਕ। ਪਿਛਲੇ ਸਮੇਂ 'ਚ ਜੋ ਹੋ ਚੁੱਕਾ ਹੈ, ਜੋ ਲੰਘ ਚੁੱਕਾ ਹੈ, ਦੁਬਾਰਾ ਨਹੀਂ ਆਉਂਦਾ ਹੈ। ਦੇਖੋ ਕਮਾਲ ਦੀ ਗੱਲ ਹੈ ਨਾ। ਜਿਵੇਂ ਐਵੇਂ ਹੀ ਹੋਇਆ, ਜਿਵੇਂ ਤੁਸੀਂ ਰਾਤ ਨੂੰ ਸੁਪਨਾ ਦੇਖੋ, ਤੇ ਸੁਪਨੇ ਦੇ ਵਿੱਚ ਜੋ ਤੁਸੀਂ ਗੁਰੂ ਪੀਰ ਪੈਗੰਬਰ ਬਣਾ ਲਵੋ, ਮੰਨ ਲਵੋ, ਤਾਂ ਉਹਦੀ ਸਵੇਰੇ ਉੱਠ ਕੇ ਪੂਜਾ ਕਰੋ। ਰਾਤ ਸੁਪਨੇ 'ਚ ਦੇਖਿਆ, ਉਹਦੀ ਸਵੇਰੇ ਪੂਜਾ ਕਰੋ।
ਉਹਦਾ ਜਨਮ ਦਿਨ ਮਨਾਓ। ਫਿਰ ਇਹ ਜਿਹੜਾ ਸੁਪਨਾ ਹੈ ਕਿਸੇ ਨੇ ਦੇਖਿਆ, ਖਿਆਲ ਕਰੋ, ਕਿਸੇ ਲਿਖਾਰੀ ਨੇ ਸੁਪਨਾ ਦੇਖਿਆ। ਪਿੱਛੇ ਕ੍ਰਿਸ਼ਨ ਹੋਏ ਸਨ, ਉਹਨਾਂ ਦਾ ਇਤਿਹਾਸ ਲਿਖਿਆ। ਕਿਸੇ ਲਿਖਾਰੀ ਨੇ ਸੁਪਨਾ ਦੇਖਿਆ, ਪਿੱਛੇ ਰਾਮ ਹੋਏ ਸਨ। ਕਿਸੇ ਲਿਖਾਰੀ ਨੇ ਸੁਪਨਾ ਦੇਖਿਆ, ਪਿੱਛੇ ਨਾਨਕ ਹੋਏ ਸਨ, ਪਿੱਛੇ ਹੋਏ ਸਨ। ਪਿੱਛੇ ਹੋਏ ਸਨ ਕ੍ਰਿਸ਼ਨ ਜਦੋਂ, ਉਹ ਸਮੇਂ 'ਚ ਜਾ ਰਿਹਾ ਹੈ। ਦੇਖੋ ਕਮਾਲ ਦੀ ਗੱਲ, ਜੋ ਸਾਹਮਣੇ ਹੈ ਉਹ ਕਿਵੇਂ ਤੁਹਾਨੂੰ ਸਮਝ ਵਿੱਚ ਆਵੇਗਾ? ਸਾਹਮਣੇ ਨਹੀਂ ਨਾ ਆ ਸਕਦਾ। ਫਿਰ ਉਹ ਕਿਸੇ ਨੇ ਦੇਖਿਆ ਹੋਇਆ ਸੁਪਨਾ, ਕਿਸੇ ਨੇ ਉਹ ਲਿਖਿਆ ਹੋਇਆ ਇਤਿਹਾਸ, ਉਹਦੀ ਫਿਰ ਫਿਲਮ ਬਣਾਈ ਹੋਈ, ਨਾਟਕ ਬਣਾਏ ਹੋਏ, ਤੇ ਤੁਸੀਂ ਉਹਨਾਂ ਦੇ ਨਾਲ ਜੁੜ ਜਾਂਦੇ ਹੋ। ਪਿੱਛੇ ਜਿਹੜੀ ਇੱਕ ਰਿਕਾਰਡਿੰਗ ਪਾਈ ਸੀ ਨਾ, ਇੱਕ ਸਵਾਮੀ ਜੀ, ਤੇ ਉਹਦੇ ਵਿੱਚ ਸਵਾਮੀ ਜੀ ਵੀ ਇਹੋ ਹੀ ਕਹਿ ਰਹੇ ਸਨ ਵੀ ਲੋਕਡਾਊਨ ਦੇ ਵਿੱਚ ਲੋਕ ਘਰਾਂ ਦੇ ਵਿੱਚ ਸਨ, ਉਦੋਂ ਜਿਹੜੇ ਰਾਮਾਇਣ ਦੇਖਦੇ ਸਨ, ਰਾਮਲੀਲਾ ਦੇਖਦੇ ਸਨ, ਮਹਾਭਾਰਤ ਟੀਵੀ ਦੇ ਵਿੱਚ ਦੇਖਦੇ ਸਨ, ਉਹ ਆਪਣਾ ਸਮਾਂ ਸਫਲ ਕਰ ਰਹੇ ਸਨ। ਦੇਖੋ, ਉਹ ਵੀ ਇਹੋ ਗੱਲ ਕਹਿ ਰਹੇ ਹਨ। ਉਹਨਾਂ ਨੂੰ ਵੀ ਪਤਾ ਨਹੀਂ ਵੀ ਉਹ ਕਲਪਨਾ ਹੈ। ਪਹਿਲਾਂ ਤੇ ਇੱਕ ਲਿਖਾਰੀ ਨੇ ਕਲਪਨਾ ਕੀਤੀ, ਤੇ ਲਿਖਾਰੀ ਵੀ ਬਹੁਤ ਕੁਛ ਆਪਣੇ ਵੱਲੋਂ ਮਸਾਲਾ ਭਰਦਾ ਹੈ, ਕਹਾਣੀ ਲਿਖਦਾ ਹੈ, ਚੰਗੀ ਹੋਵੇ, ਵਧੀਆ ਹੋਵੇ, ਸੁਣਨ ਵਾਲਿਆਂ ਨੂੰ ਪਸੰਦ ਆਵੇ, ਇੱਦਾਂ ਹੀ ਲਿਖਦੇ ਹਨ। ਤੁਸੀਂ ਵੀ ਲਿਖੋ, ਤੁਸੀਂ ਵੀ ਇੱਦਾਂ ਹੀ ਲਿਖੋਗੇ, ਕੁਛ ਨਾ ਕੁਛ ਆਪਣੇ ਕੋਲੋਂ ਲਾਵੋਗੇ, ਮਸਾਲਾ ਭਰੋਗੇ। ਫਿਰ ਉਸ ਕਹਾਣੀ ਤੋਂ ਜਿਹੜਾ ਨਾਟਕ ਜਾਂ ਫਿਲਮ ਬਣਦੀ ਹੈ, ਉਹ ਹੋਰ ਜ਼ਿਆਦਾ ਮਸਾਲਾ ਭਰਦੇ ਹਨ, ਵਧੀਆ ਸਾਫ ਸੁਥਰੀ ਬਣਾਉਂਦੇ ਹਨ, ਚੰਗੀ ਬਣਾਉਂਦੇ ਆ, ਪਸੰਦ ਆਵੇ, ਵਧੀਆ ਲੱਗੇ, ਆਪਣੇ ਕੋਲੋਂ ਕੱਢਦੇ ਹਨ ਮਨ ਘੜਤ ਗੱਲ, ਤੋਂ ਨਾਟਕ ਬਣ ਜਾਂਦੇ ਹਨ, ਉਹ ਫਿਲਮਾਂ ਬਣ ਜਾਂਦੀਆਂ ਹਨ। ਤੇ ਜੋ ਟੀਵੀ ਦੇ ਵਿੱਚ ਦਿਖਾਇਆ ਜਾਂਦਾ ਹੈ, ਇਹ ਰਾਮਾਇਣ, ਮਹਾਭਾਰਤ, ਆ ਹੁਣ ਤਾਂ ਛੋਟੇ ਸਾਹਿਬਜ਼ਾਦਿਆਂ ਤੇ ਵੀ ਫਿਲਮ ਬਣਾਈ ਹੋਈ ਹੈ, ਤੇ ਜੋ ਦਿਖਾਇਆ ਜਾਂਦਾ ਹੈ ਵਾਸਤਵਿਕ ਥੋੜ੍ਹੀ ਹੈ। ਪਹਿਲੀ ਗੱਲ, ਉਹ ਸਮਾਂ ਜੋ ਗੁਜ਼ਰ ਚੁੱਕਿਆ ਹੈ ਉਹ ਸਿਰਫ ਕਲਪਨਾ ਮਾਤਰ ਹੈ। ਉਹਨੂੰ ਪੂਰੇ ਨੂੰ ਪੂਰੇ ਤੁਸੀਂ ਪਰਦੇ ਤੇ ਉਤਾਰ ਥੋੜ੍ਹੀ ਸਕਦੇ ਹੋ। ਕਿੰਨਾ ਵੀ ਵਧੀਆ ਰਾਈਟਰ ਹੋਵੇ, ਹਜ਼ਾਰਾਂ ਸਾਲ ਪਹਿਲਾਂ ਜੋ ਘਟਨਾ ਹੋਈ ਹੈ, ਉਹਨੂੰ ਕਿਵੇਂ ਲਿਆਊਗਾ ਕਲਪਨਾ 'ਚ ਸਾਹਮਣੇ? ਸਿਰਫ ਖਿਆਲ ਹੀ ਹੈ ਨਾ। ਤੇ ਕਿਸੇ ਨੇ ਸੁਪਨਾ ਦੇਖਿਆ, ਉਹ ਸੁਪਨੇ ਦੀ ਕਹਾਣੀ ਲਿਖੀ, ਉਹ ਕਹਾਣੀ ਨੂੰ ਪੜ੍ਹ ਕੇ ਤੁਸੀਂ ਪ੍ਰਭਾਵਿਤ ਹੋਏ। ਕਿਸੇ ਨੇ ਦੇਖਿਆ ਸੁਪਨਾ, ਕਿਸੇ ਰਾਈਟਰ ਨੇ, ਤੇ ਉਹਨੇ ਕਹਾਣੀ ਲਿਖੀ, ਉਹ ਕਹਾਣੀ ਨੂੰ ਸੁਣ ਕੇ ਤੁਸੀਂ ਪ੍ਰਭਾਵਿਤ ਹੋਏ। ਤੁਸੀਂ ਫਿਰ ਮਨਾਉਣ ਲੱਗ ਪਏ ਜਨਮ ਦਿਨ, ਜਿਹੜਾ ਕਹਾਣੀ ਦੇ ਵਿੱਚ ਪਾਤਰ ਸੀ ਉਹਦੇ ਸਥਾਨ ਬਣਾਉਣ ਲੱਗ ਪਏ। ਜਿੱਥੇ ਉਹਨੇ ਲਿਖਿਆ ਸੀ ਜਨਮ ਹੋਇਆ ਹੈ, ਤੁਸੀਂ ਸਮਝਣ ਲੱਗ ਪਏ ਉੱਥੇ ਹੀ ਹੈ। ਕੀ ਪੱਕਾ ਹੈ? ਕਿਦੋਂ ਹੋਇਆ, ਕਿੱਥੇ ਹੋਇਆ, ਕਿਵੇਂ ਹੋਇਆ? ਉਸ ਸਮੇਂ ਕੋਈ ਪੱਕਾ ਨਹੀਂ ਸੀ ਹੁੰਦਾ, ਜਨਮ ਤਰੀਕ ਵੀ ਨਹੀਂ ਸੀ ਹੁੰਦੀ। ਇਸ ਕਰਕੇ ਰਿਸ਼ੀਆਂ ਮੁਨੀਆਂ ਦਾ ਕੋਈ ਜਨਮ ਦਿਨ ਨਹੀਂ ਲਿਖਿਆ ਹੋਇਆ, ਕਿਉਂਕਿ ਉਹ ਸਰੀਰ ਦੇ ਨਾਲ ਨਹੀਂ ਸੀ ਜੋੜਦੇ। ਦੇਖੋ, ਪੁਰਾਣੇ ਬਹੁਤ ਰਿਸ਼ੀ ਮੁਨੀ ਹੋਏ ਹਨ, ਉਪਨਿਸ਼ਦਾਂ ਲਿਖੀਆਂ ਹੋਈਆਂ ਹਨ, ਉਹਨਾਂ ਦੀ ਕੋਈ ਵੀ ਜਨਮ ਤਿਥੀ ਨਹੀਂ ਲਿਖੀ ਹੋਈ। ਕਦੋਂ ਉਹ ਪੈਦਾ ਹੋਏ, ਕਿੱਥੇ ਪੈਦਾ ਹੋਏ, ਉਹਨਾਂ ਦਾ ਕੋਈ ਇਤਿਹਾਸ ਨਹੀਂ। ਇੱਦਾਂ ਹੀ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਬਾਣੀ ਲਿਖੀ, ਬਾਣੀ ਦੀ ਰਚਨਾ ਕੀਤੀ,
ਕਿਸੇ ਵੀ ਗੁਰੂ ਦਾ, ਕਿਸੇ ਵੀ ਸਿੱਖ ਦਾ ਕੋਈ ਇਤਿਹਾਸ ਨਹੀਂ ਲਿਖਵਾਇਆ। ਇਹ ਉਹੀ ਰਿਸ਼ੀ ਮੁਨੀ ਹਨ, ਪਰਮ ਪੁਰਖ। ਇਹ ਜਾਣਦੇ ਹਨ ਵੀ ਇਤਿਹਾਸ ਦੇ ਨਾਲ ਨਹੀਂ ਜੁੜਨਾ। ਇਤਿਹਾਸ ਮਿਥਿਆਸ ਹੈ, ਸਰੀਰ ਹੀ ਮਿਥਿਆ ਹੈ ਤੇ ਸਰੀਰ ਦੀ ਕਹਾਣੀ ਵੀ ਮਿਥਿਆ। ਦ੍ਰਿਸ਼ਟਮਾਨ ਹੈ ਸਗਲ ਮਥੇਨ। ਵਾਸਤਵਿਕ ਥੋੜੀ, ਜਿਹੜਾ ਬੀਤ ਚੁੱਕਿਆ ਹੈ ਫਿਰ ਉਹ ਵਾਸਤਵਿਕ ਥੋੜੀ ਸੀ, ਉਹ ਤੇ ਲੰਘ ਚੁੱਕਿਆ ਹੈ। ਤੇ ਕਿਸੇ ਨੇ ਸੁਪਨਾ ਦੇਖਿਆ, ਉਹ ਸੁਪਨੇ ਦੀ ਕਹਾਣੀ ਬਣਾਈ, ਉਸ ਕਹਾਣੀ ਦੇ ਨਾਲ ਤੁਸੀਂ ਜੁੜ ਰਹੇ ਹੋ। ਉਸ ਕ੍ਰਿਸ਼ਨ ਜਿਹੜਾ ਪਿੱਛੇ ਹੋ ਚੁੱਕਾ ਹਜ਼ਾਰਾਂ ਸਾਲ, ਉਹਦੀ ਕਲਪਨਾ ਕਰ ਰਹੇ ਹੋ, ਮੂਰਤੀਆਂ ਅੱਗੇ ਮੱਥੇ ਟੇਕ ਰਹੇ ਹੋ। ਮਹਾਮੂੜ ਕੁਛ ਭੇਦ ਨਾ ਜਾਣ, ਸਾਹਮਣੇ ਕ੍ਰਿਸ਼ਨ। ਇਹਦੇ ਨਾਲੋਂ ਕਿਸੇ ਬੱਚੇ ਦੇ ਵਿੱਚ ਬਾਲ ਕ੍ਰਿਸ਼ਨ ਨੂੰ ਦੇਖ ਲਓ, ਜ਼ਿਆਦਾ ਵਧੀਆ ਹੋਵੇਗਾ ਮੂਰਤੀ ਪੂਜਣ ਨਾਲ। ਤੇ ਇਹ ਧਾਰਮਿਕ ਲੋਕ ਜਿਹੜੇ ਹਨ, ਇਹ ਪਿੱਛੇ ਕਲਪਨਾ ਦੇ ਨਾਲ ਜੁੜ ਰਹੇ ਹਨ ਤੇ ਕਲਪਨਾ ਦੇ ਨਾਲ ਹੀ ਜੋੜ ਰਹੇ ਹਨ। ਇਹਦੇ ਨਾਲ ਕੀ ਹੁੰਦਾ ਨਾ, ਇਤਿਹਾਸ ਦੇ ਨਾਲ ਇੱਕ ਸਮਾਜ ਬਣ ਜਾਂਦਾ ਹੈ, ਇੱਕ ਮਜ਼ਹਬ, ਇੱਕ ਰਿਲੀਜਨ, ਉਹਨਾਂ ਦੀ ਇੱਕ ਸੁਸਾਇਟੀ ਬਣ ਜਾਂਦੀ ਹੈ, ਕਲਾਸ ਬਣ ਜਾਂਦੀ ਹੈ, ਕਕਸ਼ਾ ਬਣ ਜਾਂਦੀ। ਤੋ ਬਣਾ ਕੇ ਤੇ ਫਿਰ ਦੁਨੀਆ 'ਚ ਦੱਸਣਾ ਚਾਹੁੰਦੇ ਸੀ ਅਸੀਂ ਕੌਣ ਹਾਂ, ਅਸੀਂ ਹਿੰਦੂ ਹਾਂ, ਅਸੀਂ ਸਿੱਖ ਹਾਂ, ਅਸੀਂ ਕ੍ਰਿਸ਼ਨ ਨੂੰ ਮੰਨਣ ਵਾਲੇ ਹਾਂ, ਅਸੀਂ ਰਾਮ ਨੂੰ ਮੰਨਣ ਵਾਲੇ ਹਾਂ। ਸਭ ਝਗੜੇ ਮੂੜ ਲੋਕਾਂ ਦੇ ਹਨ, ਤੇ ਮੂੜ ਲੋਕ ਜਿਹੜੇ ਹਨ ਉਹ ਇਤਿਹਾਸ ਨਾਲ ਜੁੜਦੇ ਹਨ। ਫਿਰ ਖਿਆਲ ਵਿੱਚ ਰੱਖੋ, ਇਹੋ ਹੀ ਕੂੜ ਕਵਾੜ ਹੈ। ਪਿਛਲਾ ਕੂੜ ਕਵਾੜ ਤੁਹਾਡੇ ਅੰਦਰ ਪਿਆ ਹੋਇਆ ਹੈ। ਇਹਨੂੰ ਤੁਸੀਂ ਜਿੰਨਾ ਚਿਰ ਬਾਹਰ ਨਹੀਂ ਨਾ ਕੱਢਦੇ ਹੋ, ਉਹਨਾਂ ਚਿਰ ਤੁਸੀਂ ਇੱਧਰੋਂ ਨਾਮ ਨਹੀਂ ਲੈ ਸਕਦੇ ਹੋ। ਖਿਆਲ ਵਿੱਚ ਰੱਖੋ। ਭਾਂਡੇ ਵਿੱਚ ਵੱਥ ਪਵੇ, ਦੂਜੀ ਹੋਵੇ ਪਾਸ। ਵਿੱਚੋਂ ਨਿਕਲੇ, ਕਹਿੰਦੇ ਜਿਹੜੀ ਪਹਿਲਾਂ ਪਈ ਹੋਈ ਹੈ ਉਹ ਨਿਕਲੇ, ਪਾਸੇ ਹੋਵੇ, ਫਿਰ ਦੂਸਰੀ ਪਵੇ ਨਾ। ਤੇ ਪਹਿਲਾਂ ਸਾਰੇ ਜੋ ਗੰਦਗੀ ਹੈ ਨਾ ਆਪਣੇ ਮਨ ਦੇ ਅੰਦਰ, ਕਚਰਾ ਹੈ, ਇਹਨੂੰ ਬਾਹਰ ਕੱਢੋ, ਸਾਫ਼ ਕਰੋ ਆਪਣੇ ਮਨ ਨੂੰ। ਛੱਡੋ ਪਿੱਛੇ ਜੋ ਬੀਤ ਗਿਆ ਹੈ, ਬੀਤ ਗਿਆ ਹੈ। ਜੋ ਲੰਘ ਗਿਆ ਹੈ, ਲੰਘ ਗਿਆ ਹੈ, ਮਿਟ ਗਿਆ ਹੈ, ਉਹ ਦੁਬਾਰਾ ਨਹੀਂ ਆਉਂਦਾ ਹੈ। ਉਹਦੇ ਨਾਲ ਨਾ ਜੁੜੋ। ਦਰਅਸਲ ਖਿਆਲ ਵਿੱਚ ਰੱਖੋ, ਅਜੇ ਧਾਰਮਿਕ ਲੋਕਾਂ ਨਾਲੋਂ ਨਾ ਜਿਹੜੇ ਵਿਗਿਆਨਕ ਹਨ ਉਹ ਥੋੜੇ ਜਿਹੇ ਜ਼ਿਆਦਾ ਸਮਝਦਾਰ ਹਨ। ਉਹ ਭਵਿੱਖ ਦੀ ਸੋਚਦੇ ਹਨ, ਤੇ ਭਵਿੱਖ ਦੀ ਸੋਚਦੇ ਹਨ ਸੁਵਿਧਾ ਵਾਸਤੇ, ਸਰੀਰਕ ਸੁੱਖ ਵਾਸਤੇ। ਸਰੀਰਕ ਸੁੱਖਾਂ ਵਾਸਤੇ ਉਹ ਸਾਧਨ ਖੋਜਦੇ ਹਨ, ਉਪਕਰਨ ਖੋਜਦੇ ਹਨ, ਨਵੇਂ ਤੋਂ ਨਵਾਂ ਆਵਿਸ਼ਕਾਰ ਕਰਦੇ ਹਨ। ਆਹ ਦੇਖੋ ਗੱਡੀਆਂ ਮੋਟਰਾਂ ਬਣਾਈਆਂ ਸੁਵਿਧਾ ਵਾਸਤੇ, ਦੂਸਰੀ ਜਗ੍ਹਾ ਆਦਮੀ ਝੱਟ ਚਲੇ ਜਾਂਦਾ। ਹਵਾਈ ਜਹਾਜ਼ ਬਣਾ ਤੇ, ਨਹੀਂ ਤੇ ਵਿਦੇਸ਼ਾਂ 'ਚ ਜਾਣ ਵਾਸਤੇ ਕਿੰਨਾ ਸਮਾਂ ਲੱਗਦਾ ਸੀ। ਸਮੁੰਦਰੀ ਜਹਾਜ਼, ਸ਼ਿਪਾਂ ਦੇ ਰਾਹੀਂ ਲੋਕ ਜਾਂਦੇ ਸਨ। ਬਾਬਾ ਨਾਨਕ ਨੂੰ ਕਿੰਨਾ ਸਮਾਂ ਲੱਗਾ ਸੀ ਮੱਕੇ ਜਾਣ, ਤੇ ਅਜੋਕੇ ਸਮੇਂ 'ਚ ਆਦਮੀ ਝੱਟ ਚਲੇ ਜਾਂਦਾ। ਆਵਿਸ਼ਕਾਰ ਕੀਤਾ ਹੈ ਸੁਵਿਧਾ ਵਾਸਤੇ। ਇਹ ਫਿਰ ਵੀ ਠੀਕ ਹੈ, ਸਰੀਰਕ ਸੁਵਿਧਾ ਵਾਸਤੇ ਹੈ, ਭਾਵੇਂ ਸਰੀਰ ਵੀ ਨਾਸ਼ਵਾਨ ਹੈ, ਪਰ ਫਿਰ ਵੀ ਸਰੀਰਕ ਸੁਵਿਧਾ ਵਾਸਤੇ ਕਰ ਰਹੇ ਹਨ। ਠੀਕ ਵੀ ਹੈ, ਦਿਖ ਵੀ ਰਿਹਾ ਹੈ ਵੀ ਸੁਵਿਧਾ ਮਿਲ ਵੀ ਰਹੀ ਹੈ। ਗਰਮੀ ਦੇ ਵਿੱਚ ਤੁਸੀਂ ਏਸੀ 'ਚ ਬੈਠੇ ਹੋਏ, ਤੇ ਫਿਰ ਵੀ ਠੀਕ ਕਰ ਰਹੇ ਹਨ ਕਿਸੇ ਹੱਦ ਤੱਕ। ਪੂਰਾ ਤੇ ਨਹੀਂ ਠੀਕ ਕਰ ਰਹੇ ਹਨ, ਸੁਵਿਧਾ ਹੋ ਕੇ ਵੀ ਆਦਮੀ ਸ਼ਾਂਤ ਨਹੀਂ ਹੁੰਦਾ ਹੈ। ਵਿਗਿਆਨਕ ਸੋਚ ਰਹੇ ਹਨ ਵੀ ਪੂਰੀ ਸੁੱਖ ਸੁਵਿਧਾ ਹੋ ਜਾਵੇਗੀ ਨਾ ਮਨੁੱਖ ਕੋਲ,
ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹਿ ਜਾਵੇ ਜੀ, ਸੁਖੀ ਹੋ ਜਾਵੇਗਾ, ਉਹਦਾ ਇਹ ਖਿਆਲ ਹੈ। ਪਰ ਸਰੀਰਕ ਸੁੱਖ ਤੇ ਮਿਲ ਜਾਂਦੇ ਹਨ, ਪਰ ਅੰਦਰੋਂ ਸ਼ਾਂਤੀ ਨਹੀਂ ਮਿਲਦੀ ਹੈ। ਬਸ ਇੰਨਾ ਕੁ ਖਿਆਲ ਉਹਨਾਂ ਦਾ ਗਲਤ ਹੈ ਵੀ ਉਹ ਸਰੀਰਕ ਸੁਵਿਧਾਵਾਂ ਤੇ ਪੂਰੀਆਂ ਜੁਟਾ ਰਹੇ ਹਨ, ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਾ ਰਹੇ ਹਨ ਵਿਗਿਆਨਿਕ, ਨਵੀਂ ਤੋਂ ਨਵੀਂ ਖੋਜ ਕਰਕੇ ਮਨੁੱਖ ਵਾਸਤੇ। ਪਰ ਸਰੀਰਕ ਸੁਵਿਧਾਵਾਂ ਤੇ ਵੱਧਦੀਆਂ ਜਾ ਰਹੀਆਂ ਹਨ, ਪਰ ਅੰਦਰ ਥੋੜ੍ਹੀ ਸ਼ਾਂਤੀ ਮਿਲਦੀ, ਅੰਦਰ ਸ਼ਾਂਤੀ ਨਹੀਂ ਮਿਲਦੀ ਹੈ, ਮਾਨਸਿਕ ਤਲ ਤੇ ਸ਼ਾਂਤ ਨਹੀਂ ਹੁੰਦਾ ਹੈ, ਭਾਵੇਂ ਸਾਰੀਆਂ ਸੁੱਖ ਸੁਵਿਧਾਵਾਂ ਵੀ ਹੋਣ। ਇਸੇ ਕਰਕੇ ਤੇ ਰਾਜ ਮਹਿਲ ਤਿਆਗ ਦਿੱਤੇ ਉਸ ਸਮੇਂ ਸਮਰਾਟਾਂ ਨੇ। ਸਾਰੀਆਂ ਸੁੱਖ ਸੁਵਿਧਾਵਾਂ ਸਨ, ਫਿਰ ਵੀ ਅੰਦਰ ਦੀ ਸੰਤੁਸ਼ਟੀ ਸ਼ਾਂਤੀ ਥੋੜ੍ਹੀ ਸੀ, ਤ੍ਰਿਪਤੀ ਥੋੜ੍ਹੀ ਸੀ, ਤੇ ਅੰਦਰ ਦੀ ਸ਼ਾਂਤੀ ਨਹੀਂ ਮਿਲਦੀ ਹੈ। ਇਸ ਕਰਕੇ ਆਦਮੀ ਸੁੱਖ ਸੁਵਿਧਾ ਦੇ ਵਿੱਚ ਬੈਠ ਕੇ ਵੀ ਬੇਚੈਨ ਬਹੁਤ ਹੁੰਦਾ ਹੈ, ਜ਼ਿਆਦਾ ਹੁੰਦਾ ਹੈ, ਕਿਉਂਕਿ ਸਭ ਕੁਝ ਮਿਲਿਆ ਹੋਇਆ ਹੈ। ਫਿਰ ਵੀ ਅੰਦਰ ਇੱਦਾਂ ਲੱਗਦਾ ਜੇ ਖੋਇਆ ਖੋਇਆ, ਕੁਛ ਮਿਲਿਆ ਨਹੀਂ, ਬੇਚੈਨੀ, ਤੜਫ। ਵਾਸਤਵਿਕ ਦੇ ਵਿੱਚ ਉਹੋ ਹੀ ਅਮੀਰ ਆਦਮੀ ਹੈ ਜਿਹਨੂੰ ਅਮੀਰੀ ਦੀ ਵਿਅਰਥਤਾ ਦਾ ਪਤਾ ਲੱਗ ਸਕੇ ਕਿ ਸਭ ਕੁਝ ਹੀ ਮਿਲ ਗਿਆ ਹੈ, ਫਿਰ ਵੀ ਸਭ ਕੁਝ ਵਿਅਰਥ ਹੈ, ਕਿਉਂਕਿ ਸ਼ਾਂਤੀ ਨਹੀਂ ਹੈ, ਟਿਕਾ ਨਹੀਂ ਹੈ। ਇਹੋ ਹੀ ਕਾਰਨ ਹੈ ਬਹੁਤ ਧਨੀ ਜਿਹੜੇ ਲੋਕ ਹਨ ਨਾ, ਉਹਨਾਂ ਦੇ ਲੜਕੇ ਲੜਕੀਆਂ ਗਰੀਬੀ ਦਾ ਜੀਵਨ ਪਸੰਦ ਕਰਦੇ ਹਨ, ਜੰਗਲਾਂ 'ਚ ਰਹਿੰਦੇ ਹਨ, ਕਬੀਲਿਆਂ 'ਚ ਜਾ ਕੇ ਰਹਿੰਦੇ ਹਨ। ਉਹ ਅਮੀਰੀ ਤੋਂ ਤੰਗ ਆ ਚੁੱਕੇ ਹਨ। ਤਾਂ ਅਮੀਰੀ ਦੀ ਜਦੋਂ ਵਿਅਰਥਤਾ ਦਾ ਪਤਾ ਲੱਗ ਜਾਵੇ ਕਿ ਕੁਛ ਵੀ ਨਹੀਂ, ਅੰਦਰੋਂ ਸ਼ਾਂਤੀ ਨਹੀਂ ਮਿਲਦੀ ਹੈ, ਸਰੀਰਕ ਸੁੱਖ ਸੁਵਿਧਾਵਾਂ ਜੁਟਾ ਦਿੰਦੇ ਹਨ, ਫਿਰ ਵੀ ਠੀਕ ਹੈ ਕਿਸੇ ਹੱਦ ਤੱਕ। ਆਹ ਦੇਖੋ ਟੈਲੀਫੋਨ ਦੀ ਸੁਵਿਧਾ ਹੈ ਤੇ ਤੁਸੀਂ ਕਿੱਡੀ ਦੂਰ ਬੈਠ ਕੇ ਇਹ ਸੁਣ ਰਹੇ ਹੋ, ਤੇ ਸੁਵਿਧਾ ਹੀ ਹੈ। ਤੇ ਸੁਵਿਧਾ ਤੇ ਕੰਮ ਆ ਰਹੀ ਹੈ। ਪਰ ਜਿਹੜੇ ਧਾਰਮਿਕ ਵਿਅਕਤੀ ਹਨ ਨਾ, ਇਹ ਜ਼ਿਆਦਾ ਮੂੜ ਹਨ, ਕਿਉਂਕਿ ਇਹ ਬੀਤੇ ਹੋਏ ਸਮੇਂ ਦੇ ਵਿੱਚ ਜਾਂਦੇ ਹਨ। ਇਹ ਬੀਤੇ ਹੋਏ ਸਮੇਂ ਦੇ ਵਿੱਚ ਜਿਹੜੇ ਹੋਏ ਹਨ ਉਹਨਾਂ ਦੀ ਨਕਲ ਕਰ ਰਹੇ ਹਨ। ਬਹੁਤ ਲੋਕ ਤੇ ਉਹਨਾਂ ਦੇ ਢੰਗ ਨਾਲ ਰਹਿਣਾ ਵੀ ਚਾਹੁੰਦੇ ਹਨ, ਬੀਤੇ ਹੋਏ ਸਮੇਂ 'ਚ ਜਿਸ ਤਰ੍ਹਾਂ ਰਹੇ ਸਨ। ਘੋੜੇ ਰੱਖਦੇ ਹਨ, ਕੋਈ ਗਾਵਾਂ ਰੱਖਦਾ ਹੈ, ਕੋਈ ਵੈਸਾ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਇਹ ਬੀਤੇ ਹੋਏ ਸਮੇਂ ਦੇ ਵਿੱਚ ਜਾ ਰਹੇ ਹਨ, ਜਿਹੜਾ ਸਮਾਂ ਹੈ ਨਹੀਂ, ਜਿਹੜਾ ਆ ਨਹੀਂ ਸਕਦਾ ਦੁਬਾਰਾ, ਜਿਹਦੇ ਤੋਂ ਕੁਝ ਵੀ ਨਹੀਂ ਮਿਲ ਸਕਦਾ। ਉਹ ਸਮੇਂ ਦੇ ਵਿੱਚ ਜਾ ਰਹੇ ਹਨ ਇਹ ਧਾਰਮਿਕ ਲੋਕ। ਇਹ ਤੇ ਵਿਗਿਆਨਿਕਾਂ ਨੂੰ ਵੀ ਜ਼ਿਆਦਾ ਮੂੜ ਹਨ, ਬੇਸਮਝ ਹਨ। ਤੇ ਮੂੜਤਾ ਛੱਡੋ, ਬੇਸਮਝੀ ਛੱਡੋ, ਕਚਰੇ ਨੂੰ ਕੱਢੋ। ਇਹ ਜੋ ਵੀ ਧਰਮ ਕਰਮ ਰਿਲੀਜਨ ਮਜ਼ਹਬ ਸਭ ਕੁਛ ਤੁਹਾਡੇ ਅੰਦਰ ਵਾੜਿਆ ਗਿਆ ਹੈ, ਨੂੰ ਸਭ ਨੂੰ ਕੱਢ ਦਿਓ, ਸਾਫ਼ ਕਰੋ ਵਿੱਚੋਂ ਮਨ ਨੂੰ। ਕਿਹੜੇ ਕਚਰੇ 'ਚ ਪਏ ਹੋਏ ਹੋ, ਦਲਦਲ ਚੁਲਝੇ ਹੋਏ, ਛੱਡੋ ਪੜਾ, ਕਿਹੜੀਆਂ ਕਲਪਨਾਵਾਂ ਦੇ ਵਿੱਚ ਪਏ ਹੋਏ। ਕਿੱਥੇ ਕ੍ਰਿਸ਼ਨ ਸੀ? ਕ੍ਰਿਸ਼ਨ ਮੌਜੂਦ ਹੈ ਸਾਹਮਣੇ, ਦੇਖੋ ਤੁਸੀਂ ਸ਼ਾਸਵਤ ਦੇ ਵਿੱਚ ਕ੍ਰਿਸ਼ਨ ਨੂੰ ਦੇਖੋ। ਉਹ ਜਦੋਂ ਵੀ ਦੇਖੋਗੇ ਸ਼ਾਸਵਤ ਦੇ ਵਿੱਚ ਹੀ ਦੇਖੋਗੇ ਨਾ, ਪਿੱਛੇ ਥੋੜ੍ਹੀ ਜਾਓਗੇ, ਤੇ ਪਿਛਲਾ ਦੁਬਾਰਾ ਥੋੜ੍ਹੀ ਆਉਂਦਾ ਹੈ। ਕੋਈ ਆਇਆ ਹੈ ਦੁਬਾਰਾ ਪਿੱਛੇ? ਸਮਾਂ ਹੀ ਨਹੀਂ ਆਉਂਦਾ, ਲੰਘ ਗਿਆ ਸੋ ਲੰਘ। ਤੇ ਨਿਤ ਨਵੇਂ ਰੂਪ ਦੇ ਵਿੱਚ ਕ੍ਰਿਸ਼ਨ ਆ ਰਹੇ ਹਨ। ਨਵੂਤਨ ਸਾਹਿਬ ਮੇਰਾ ਨੀਤ ਨਵਾਂ, ਨਵੇਂ ਨਵੇਂ ਆਕਾਰ ਲੈ ਰਿਹਾ ਹੈ ਪਰਮਾਤਮਾ।
ਨਵੇਂ ਨਵੇਂ ਰੂਪਾਂ ਦੇ ਵਿੱਚ, ਨਵੇਂ ਨਵੇਂ ਰੰਗਾਂ ਦੇ ਵਿੱਚ ਆਉਂਦਾ ਹੈ। ਉਹ ਦੁਬਾਰਾ ਥੋੜਾ ਰਿਪੀਟ ਕਰਦਾ ਹੈ। ਪਰ ਪੁਰਾਣਾ ਲੰਘ ਗਿਆ ਸੋ ਲੰਘ ਗਿਆ। ਤੇ ਪੁਰਾਣੇ ਨੂੰ ਛੱਡੋ। ਜਬ ਤੇ ਸ਼ੁੱਧ ਨਾਹੀ ਮਨ ਆਪਣਾ, ਕਾਹੇ ਕੋ ਕੀਜੈ ਧਿਆਨ ਜਪਨ। ਤੁਸੀਂ ਧਿਆਨ ਜਪ ਤਪ ਨਹੀਂ ਕਰ ਸਕਦੇ ਹੋ, ਤੁਸੀਂ ਸੁਣ ਵੀ ਨਹੀਂ ਰਹੇ ਹੋ। ਧਿਆਨ ਜਪ ਤਪ ਕਰਨ ਦੀ ਤੇ ਦੂਸਰੀ ਗੱਲ ਹੈ, ਉਹ ਤੇ ਬਾਅਦ ਦੀ ਗੱਲ ਹੈ। ਧਿਆਨ ਕਰਨ ਤੁਸੀਂ ਸਮਝ ਵੀ ਨਹੀਂ ਸਕਦੇ ਹੋ ਜੋ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਹੁਣ, ਇਸ ਵਕਤ, ਇਸ ਸਮੇਂ। ਹੁਣ ਦੇਖੋ, ਹੁਣ ਸਮਝੋ। ਪਰ ਤੁਹਾਡੀ ਦ੍ਰਿਸ਼ਟੀ ਤੇ ਪਿੱਛੇ ਲੱਗੀ ਹੋਈ, ਕਿੱਥੇ ਸੈਂਕੜੇ ਸਾਲ ਪਿੱਛੇ ਉਹਨਾਂ ਦੀਆਂ ਪੂਜਾਵਾਂ ਦੇ ਵਿੱਚ ਲੱਗੇ ਹੋਏ ਹੋ। ਤੇ ਹਰ ਇੱਕ ਧਾਰਮਿਕ ਵਿਅਕਤੀ ਦਾ ਇਹੋ ਹੀ ਹਾਲ ਹੈ। ਸਿੱਖ ਵੀ ਆਪਣੇ ਗੁਰੂਆਂ ਦੇ ਤਿਉਹਾਰ ਮਨਾਉਂਦੇ ਹਨ। ਤੇ ਉਪਦੇਸ਼ ਪੜ੍ਹਦੇ ਹਨ, ਗੁਰ ਮੇਰੇ ਸੰਗ ਸਦਾ ਹੈ ਨਾਲ, ਸਾਸ ਸਾਸ ਸਦਾ ਪ੍ਰਤਪਾਲੇ। ਉਹ ਨਾਲ ਹੈ। ਤੇ ਗੁਰਪੁਰਬ ਪਿਛਲੇ ਦੇ ਮਨਾ ਰਹੇ ਹਨ। ਫੋਟੋਆਂ ਬਣਾਈਆਂ ਹੋਈਆਂ, ਕਲਪਨਾ ਦੀਆਂ ਤਸਵੀਰਾਂ ਕੱਢ ਦਿੰਦੇ, ਕਹਾਣੀਆਂ ਬਣਾਈਆਂ ਹੋਈਆਂ ਹਨ। ਤੇ ਉਹ ਵੀ ਪਿਛਲੇ ਕਈ ਸਾਧੂ ਮਹਾਤਮਾ ਦੇ ਸਰੀਰਾਂ ਨਾਲ ਜੁੜੇ ਹੋਏ ਹਨ, ਉਹਨਾਂ ਦੇ ਸਥਾਨ ਬਣਾਏ ਹੋਏ ਹਨ, ਉਹਨਾਂ ਦੀਆਂ ਪੂਜਾਵਾਂ ਕਰੀ ਜਾਂਦੇ, ਉਹਨਾਂ ਦੇ ਸਥਾਨਾਂ ਤੇ ਮੱਥੇ ਰਗੜ ਰਹੇ ਹਨ। ਦੇਖੋ, ਮੂੜਤਾ ਦੀ ਵੀ ਕੋਈ ਸੀਮਾ ਹੁੰਦੀ। ਉਹਨਾਂ ਦੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਹਨ ਕਿ ਉਹਨਾਂ ਨੇ ਕਿਆ ਲੈਣਾ ਦੇਣਾ ਹੈ। ਉਹ ਸਮਾਨ ਵਰਤ ਕੇ ਚਲੇ ਗਏ, ਤੁਸੀਂ ਵਰਤ ਲਓ, ਨਹੀਂ ਕੰਮ ਦਾ ਹੈ ਤੇ ਕਿਸੇ ਨੂੰ ਦੇ ਦਿਓ, ਕਿਸੇ ਦੇ ਕੰਮ ਆਵੇ। ਉਹਨਾਂ ਦੀ ਚੀਜ਼ਾਂ ਦੇ ਨਾਲ, ਉਹਨਾਂ ਦੇ ਸਥਾਨਾਂ ਦੇ ਨਾਲ ਅੰਗੀਠੇ ਬਣਾ ਦਿੱਤੇ, ਪੂਰੇ ਬਣਾ ਦਿੱਤੇ। ਕਿੱਥੇ ਕਿੱਥੇ ਲੋਕ ਉਲਝੇ ਹੋਏ ਹਨ। ਨਾਲੇ ਪੜ੍ਹੀ ਜਾਂਦੇ ਹਨ, ਜਗ ਰਚਨਾ ਸਭ ਝੂਠ ਹੈ। ਜੈਸੇ ਜਲਤੇ ਬੁੱਧ ਬੁੱਧਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ ਜਾਣ ਲਿਹੋਰੇ ਨੀਤ। ਇਹ ਜਗ ਧੂਏ ਕਾ ਪਹਾੜ ਤੈ ਸਾਚਾ ਜਾਣੇ, ਕਹੇ ਵਿਚਾਰ। ਝੂਠ ਹੈ, ਨਾਲੇ ਪੜ੍ਹੀ ਵੀ ਜਾਂਦੇ ਹਨ, ਨਾਲੇ ਝੂਠ ਦੀ ਪੂਜਾ। ਜੋ ਧਰਤੀ ਤੇ ਬਣ ਰਿਹਾ ਸਭ ਝੂਠ ਹੈ, ਜੋ ਹੋ ਰਿਹਾ ਸਭ ਝੂਠ ਹੈ। ਖਿਆਲ ਵਿੱਚ ਰੱਖੋ, ਇਹ ਵਾਸਤਵਿਕ ਨਹੀਂ ਹੈ। ਜੋ ਹੋ ਰਿਹਾ ਹੈ ਉਹ ਵਾਸਤਵਿਕ ਨਹੀਂ ਹੈ, ਜੋ ਹੋ ਗਿਆ ਹੈ ਉਹ ਤੇ ਹੈ ਹੀ ਨਹੀਂ। ਉਹ ਤੇ ਸਿਰਫ ਖਿਆਲ ਸੀ, ਲੰਘ ਗਿਆ। ਹੁਣ ਜੋ ਦਿਖ ਰਿਹਾ ਇਹ ਵੀ ਖਿਆਲ ਹੈ, ਇਹ ਵੀ ਲੰਘ ਜਾਣਾ। ਖਿਆਲ ਹੀ ਲੰਘਦੇ ਜਾ ਰਹੇ, ਤੁਸੀਂ ਖਿਆਲਾਂ ਦੇ ਨਾਲ ਜੁੜ ਰਹੇ ਹੋ। ਖਿਆਲਾਂ ਦੇ ਵਿੱਚ ਖਿਆਲ ਪੈਦਾ ਹੋ ਜਾਂਦੇ ਹਨ, ਉਹਨਾਂ ਦੇ ਨਾਲ ਜੁੜੀ ਜਾਂਦੇ। ਕਮਾਲ ਦੀ ਬੇਸਮਝੀ। ਤੇ ਕਈ ਇੰਨੇ ਬੇਸਮਝ ਹਨ, ਮੂੜ ਹਨ, ਉਹਨਾਂ ਦੇ ਰੋਜ਼ ਵੀ ਭਾਵੇਂ ਵੱਜਦੀਆਂ ਰਹਿਣ ਤਾਂ ਵੀ ਉਹਨਾਂ ਨੂੰ ਅਕਲ ਨਹੀਂ ਆਉਂਦੀ। ਇੰਨੇ ਬੇਸਮਝ ਹੁੰਦੇ ਹਨ। ਰੋਜ਼ ਵੀ ਸਮਝਾਓ, ਫਿਰ ਵੀ ਗੱਲ ਸਮਝ ਵਿੱਚ ਥੋੜ੍ਹੀ ਆ ਰਹੀ। ਰੋਜ਼ ਮੈਂ ਕਹਿ ਵੀ ਰਿਹਾ ਹਾਂ ਵੀ ਪੁਰਾਣੀਆਂ ਪਰੰਪਰਾਵਾਂ ਨੂੰ ਸਾਰੀਆਂ ਨੂੰ ਛੱਡੋ। ਪੁਰਾਣੇ ਧਰਮ, ਮਜ਼ਹਬ, ਕਰਮ, ਧਰਮ ਸਭ ਕੁਛ, ਸਭ ਪਖੰਡ ਹੈ, ਸਭ ਛੱਡ ਦਿਓ। ਸਾਫ਼ ਹੋ ਜਾਓ। ਮਨ ਨੂੰ ਸਵੱਛ ਕਿਉਂ ਨਹੀਂ ਕਰਦੇ? ਤੁਸੀਂ ਬੱਚੇ ਦੀ ਤਰ੍ਹਾਂ ਹੋ ਜਾਓ, ਜਿਵੇਂ ਬੱਚਾ ਸਭ ਕੁਝ ਸਾਫ਼ ਹੁੰਦਾ ਹੈ ਬਿਲਕੁਲ। ਤੇ ਕਿੰਨਾ ਵਧੀਆ ਦਾ ਜੀਵਨ ਕਹਿੰਦੇ ਲਿਵ ਜੁੜੀ ਹੁੰਦੀ ਹੈ ਬੱਚੇ ਦੀ, ਪਹਿਲਾਂ ਸਾਫ਼ ਹੁੰਦਾ ਤੇ ਜੁੜੀ ਹੁੰਦੀ ਹੈ ਨਾ। ਤੇ ਤੁਸੀਂ ਸਾਫ਼ ਰਹਿਣ ਨਹੀਂ ਦਿੰਦੇ ਹੋ, ਤੁਸੀਂ ਬੱਚੇ ਦੇ ਮਨ ਦੇ ਵਿੱਚ ਕਚਰਾ ਭਰ ਦਿੰਦੇ ਹੋ। ਆਪ ਹੀ ਭਰਦੇ ਹੋ ਨਾ। ਦੇਖੋ, ਸੰਸਾਰਿਕ ਲੋਕ ਕਚਰਾ ਭਰ ਰਹੇ ਹਨ, ਤੁਹਾਡੇ ਆਪਣੇ ਤੁਹਾਡੇ ਅੰਦਰ ਕਚਰਾ ਭਰਦੇ ਹਨ, ਤਾਂ ਉਹਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ,
ਉਹਨਾਂ ਨੂੰ ਆਪਣੇ ਸਮਝਦੇ ਹੋ। ਤੇ ਜਿਹੜੇ ਪਰਮ ਪੁਰਖ ਕਚਰਾ ਕੱਢਦੇ ਹਨ, ਉਹਨਾਂ ਦੇ ਨਾਲ ਲੋਕ ਈਰਖਾ ਕਰਦੇ ਰਹੇ ਹਨ, ਹੁਣ ਵੀ ਕਰਦੇ ਹਨ। ਉਹਨਾਂ ਨੂੰ ਜ਼ਹਿਰ ਪਿਆ ਦਿੰਦੇ ਹਨ, ਸੂਲੀਆਂ ਤੇ ਚਾੜਦੇ, ਤਤੀਆਂ ਤਵੀਆਂ ਤੇ ਬਿਠਾਉਂਦੇ। ਜਿਹੜੇ ਕਚਰਾ ਕੱਢਦੇ ਹਨ ਤੇ ਤੁਹਾਡੇ ਆਪਣੇ ਕਚਰਾ ਪਾ ਰਹੇ ਹਨ, ਜਨਮ ਤੋਂ ਹੀ ਪਾਉਂਦੇ ਹਨ, ਸ਼ੁਰੂਆਤ ਤੋਂ। ਇਹ ਤੇਰਾ ਧਰਮ ਹੈ, ਇਹ ਤੇਰੀ ਜਾਤੀ ਹੈ, ਇਹ ਤੇਰਾ ਮਜ਼ਹਬ ਹੈ, ਇਹ ਆਪਣਾ ਕੰਮ ਹੈ। ਇੱਦਾਂ ਪੂਜਾ ਕਰਨੀ, ਇੱਦਾਂ ਪਾਠ ਕਰਨਾ, ਇੱਦਾਂ ਵਰਤ ਰੱਖਣੇ, ਇੱਦਾਂ ਜਪ ਤਪ ਕਰਨਾ, ਉਹ ਸਭ ਕਚਰਾ ਭਰੀ ਜਾਂਦੇ, ਭਰੀ ਜਾਂਦੇ, ਭਰੀ ਜਾਂਦੇ। ਜਿੰਨਾ ਚਿਰ ਬੱਚੇ ਨੂੰ ਹੋਸ਼ ਆਉਂਦੀ, ਕਚਰਾ ਕਾਫੀ ਭਰ ਦਿੰਦੇ ਤੁਸੀਂ। ਇੱਦਾਂ ਹੀ ਹੋ ਰਿਹਾ ਹੈ ਨਾ। ਸਮਾਜਿਕ ਲੋਕ ਕਚਰਾ ਭਰਦੇ ਹਨ, ਫਿਰ ਸਕੂਲ ਜਾ ਕੇ ਟੀਚਰ ਕਚਰਾ ਭਰਦੇ ਹਨ। ਸਭ ਕਚਰਾ ਪਿਛਲਾ ਇਕੱਠਾ ਹੁੰਦਾ ਹੈ। ਤੇ ਜੋ ਵੀ ਕਚਰਾ ਹੈ ਸਭ ਪਿਛਲਾ ਹੀ ਹੈ ਤੁਹਾਡੇ ਅੰਦਰ ਭਰਿਆ। ਤੇ ਮੈਂ ਕਹਿ ਰਿਹਾ ਹਾਂ, ਪਿਛਲਾ ਜੋ ਲੰਘ ਚੁੱਕਿਆ ਹੈ ਉਹਨੂੰ ਦਫਾ ਕਰੋ। ਉਹ ਹੈ ਨਹੀਂ, ਉਹ ਸਭ ਕੱਢ ਦਿਓ ਵਿੱਚੋਂ, ਸਾਫ਼ ਕਰੋ। ਜਿਵੇਂ ਟੈਲੀਫੋਨ ਭਰ ਜਾਵੇ ਤੁਹਾਡਾ ਜ਼ਿਆਦਾ ਤੇ ਹੈਂਗ ਹੋਣ ਲੱਗ ਜਾਂਦਾ ਹੈ, ਕਹਿੰਦੇ ਹਨ ਡਿਲੀਟ ਕਰ ਦਿਓ, ਇਹਦੇ ਵਿੱਚੋਂ ਕੱਢ ਦਿਓ, ਸਭ ਕੁਛ ਸਾਫ਼ ਕਰੋ। ਕਹਿੰਦੇ ਹਨ ਇਹਨੂੰ ਕਰਨਾ ਵੀ ਪੈਂਦਾ ਹੈ ਸਾਫ਼। ਟੈਲੀਫੋਨ ਤੇ ਰੋਜ਼ ਰੋਜ਼ ਕੱਢਣਾ ਵੀ ਪੈਂਦਾ ਥੋੜ੍ਹਾ ਥੋੜ੍ਹਾ ਕਚਰਾ, ਨਹੀਂ ਤੇ ਜ਼ਿਆਦਾ ਭਰ ਜਾਂਦਾ ਹੈ। ਇਹ ਹੈਂਗ ਹੋ ਜਾਵੇਗਾ, ਰੁਕ ਜਾਵੇਗਾ। ਉੱਦਾਂ ਹੀ ਕਈਆਂ ਦਾ ਦਿਮਾਗ ਰੁਕ ਰਿਹਾ ਹੈ, ਭਰੀ ਜਾਂਦੇ ਹਨ, ਮੈਂਟਲ ਹੋ ਜਾਂਦੇ ਹਨ, ਕਈ ਡਿਪਰੈਸ਼ਨ ਚਲੇ ਜਾਂਦੇ ਹਨ, ਕਈ ਆਤਮ ਹੱਤਿਆ ਕਰ ਰਹੇ ਹਨ। ਉਹ ਕਚਰਾ ਹੀ ਜ਼ਿਆਦਾ ਭਰ ਗਿਆ ਨਾ, ਹੈਂਗ ਹੋ ਗਿਆ ਦਿਮਾਗ ਉਹਨਾਂ ਦਾ, ਭ੍ਰਿਸ਼ਟ ਹੋ ਗਈ ਬੁੱਧੀ ਕਹਿ ਦਿੰਦੇ ਆ। ਤੇ ਇਹ ਕਚਰਾ ਤੁਹਾਡੇ ਅੰਦਰ ਜੋ ਧਾਰਮਿਕ ਲੋਕਾਂ ਨੇ ਪਾਇਆ ਹੈ ਨਾ, ਇਹਨੂੰ ਸਾਰੇ ਨੂੰ ਕੱਢ ਦਿਓ। ਸੰਸਾਰਿਕ ਕਚਰਾ ਕੱਢਣਾ ਇਹ ਜੇ ਸਿਖਾਲਾ ਹੈ, ਖਿਆਲ ਵਿੱਚ ਰੱਖੋ। ਸਮਾਜਿਕ ਕਚਰਾ ਕੱਢਣਾ ਇਹ ਜੇ ਸਿਖਾਲਾ ਹੈ, ਮੈਂ ਵਾਰ-ਵਾਰ ਕਹਿਣਾ ਹੁੰਦਾ। ਇਹ ਤੁਸੀਂ ਕੱਢ ਵੀ ਸਕਦੇ ਹੋ ਜੋ ਸਮਾਜ ਨੇ ਪਾਇਆ, ਪਰ ਧਾਰਮਿਕ ਲੋਕ ਜਿਹੜਾ ਕਚਰਾ ਪਾਉਂਦੇ ਹਨ, ਇਹਨਾਂ ਨੂੰ ਤੁਸੀਂ ਕਚਰਾ ਸਮਝ ਹੀ ਨਹੀਂ ਰਹੇ ਹੋ, ਇਸ ਕਰਕੇ ਤੁਸੀਂ ਕੱਢਦੇ ਨਹੀਂ ਹੋ। ਤੇ ਕਚਰੇ ਨੂੰ ਕੱਢ ਦਿਓ। ਮੈਂ ਵੀ ਉਹ ਗੱਲ ਕਹਿਣਾ ਹਾਂ ਜੋ ਫਕੀਰ ਨੇ ਕਹੀ ਸੀ। ਤੇ ਵਾਸਤਵਿਕ ਦੇ ਵਿੱਚ ਤੁਸੀਂ ਸਤਸੰਗ ਕਰਨਾ ਹੈ ਨਾ, ਸਤ ਦਾ ਸੰਗ ਕਰਨਾ ਹੈ। ਤੇ ਸੰਗ ਤਾਂ ਹੀ ਹੋ ਸਕਦਾ, ਝੂਠ ਦਾ ਸੰਗ ਛੱਡੋ, ਕਚਰਾ ਕੱਢੋ, ਝੂਠ ਦਾ ਸੰਗ ਛੱਡੋ, ਤਾਂ ਸਤ ਦਾ ਸੰਗ ਹੋਵੇਗਾ। ਇਹ ਨੇਤਰ ਅੰਧ ਸੇ ਸਤਿਗੁਰੂ ਮਿਲੀਐ, ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਮਿਲਦੀ ਹੈ ਜਦੋਂ ਮਿਲਦੇ ਹੋ ਤੁਸੀਂ ਸਤਿਗੁਰੂ ਨੂੰ। ਤੇ ਸਤਿਗੁਰੂ ਨੂੰ ਉਦੋਂ ਹੀ ਆਦਮੀ ਮਿਲਦਾ ਹੈ ਜੋ ਝੂਠ ਦਾ ਸੰਗ ਛੱਡ ਦਿੰਦਾ ਹੈ, ਕਿਉਂਕਿ ਸਤਿਪੁਰਸ਼ ਨੂੰ ਸਤ ਹੋ ਕੇ ਮਿਲੋਗੇ ਨਾ, ਸਤ ਦੇ ਕੋਲ ਜਾ ਕੇ ਹੀ ਮਿਲੋਗੇ ਨਾ। ਤੇ ਝੂਠ ਦਾ ਸੰਗ ਜਦੋਂ ਛੱਡ ਦਿੰਦੇ ਹੋ ਤੇ ਸਭ ਝੂਠ ਹੈ, ਕੂੜ ਹੈ ਜੋ ਵੀ ਤੁਸੀਂ ਮੰਨ ਰਹੇ ਹੋ। ਇਹ ਸਭ ਧਰਮ ਕਰਮ ਵਿਅਰਥ ਹਨ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਇਹਨਾਂ ਵਿੱਚ ਤੁਹਾਨੂੰ ਬੰਨਿਆ ਹੋਇਆ ਹੈ ਧਾਰਮਿਕ ਲੋਕਾਂ ਨੇ, ਜੰਜੀਰਾਂ ਪਾਈਆਂ ਹੋਈਆਂ ਹਨ। ਤੋੜੋ ਜੰਜੀਰਾਂ, ਹੋਵੋ ਆਜ਼ਾਦ ਤੇ ਛੱਡੋ ਸਭ ਕੁਛ ਪੁਰਾਣੇ ਨੂੰ, ਕੱਢੋ ਕਚਰਾ ਵਿੱਚੋਂ, ਕੂੜ ਨੂੰ ਛੱਡੋ। ਇਹ ਕੂੜ ਦੇ ਨਾਲ ਤੁਹਾਡਾ ਜ਼ਿਆਦਾ ਲਗਾਵ ਹੋ ਗਿਆ ਹੈ, ਇਹਨੂੰ ਛੱਡੋ। ਕੂੜ ਕੁੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ।